ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 277 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ 12ਵੀਂ ਅਸ਼ਟਪਦੀ ਪ੍ਰਾਰੰਭ ਹੋ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਸਤਿਗੁਰਾਂ ਕੋਲ ਇੱਕ ਸਿੱਖ ਬਣਨ ਵਾਸਤੇ ਆਇਆ। ਸਤਿਗੁਰਾਂ ਨੇ ਉਸ ਨੂੰ ਪਰਖਣ ਵਾਸਤੇ ਕਿ ਸਿੱਖੀ ਬੜੀ ਔਖੀ ਹੈ, ਪਰ ਉਸਨੇ ਮੁੜ ਮੁੜ ਕੇ ਕਿਹਾ ਕਿ ਮੈਨੂੰ ਆਪਣਾ ਸਿੱਖ ਬਣਾ ਲਵੋ। ਸਤਿਗੁਰੂ ਜੀ ਕਹਿਣ ਲੱਗੇ ਕਿ ਪਹਿਲੇ ਸਾਡਾ ਕੰਮ ਕਰ, ਫਿਰ ਤੈਨੂੰ ਸਿੱਖ ਬਣਾਵਾਂਗੇ। ਉਸਨੇ ਕਿਹਾ, ਸਤਿਗੁਰੂ ਜੀ ਜੋ ਕਹੋਗੇ ਮੈਂ ਉਹੀ ਕੰਮ ਕਰਾਂਗਾ। ਤਾਂ ਗੁਰੂ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਉਸਦੇ ਹੱਥ ਫੜਾ ਕੇ ਕਿਹਾ, ਫਲਾਣੇ ਸਿੱਖ ਨੂੰ ਇਹ ਹੁਕਮਨਾਮਾ ਦੇ ਆ। ਕਈ ਇਤਿਹਾਸਕਾਰਾਂ ਨੇ 100 ਰੁਪਏ ਲਿਖਿਆ ਹੈ, ਕਈਆਂ ਨੇ 50 ਰੁਪਏ ਲਿਖਿਆ ਹੈ। ਉਸ 'ਤੇ ਲਿਖਿਆ ਹੋਇਆ ਸੀ ਕਿ 150 ਰੁਪਏ ਹੁਕਮਨਾਮਾ ਦੇਣ ਵਾਲੇ ਸਿੱਖ ਨੂੰ ਭੇਟਾ ਕਰਨਾ। ਜਦੋਂ ਸਿੱਖ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਸਤਿਗੁਰਾਂ ਨੇ ਤੁਹਾਡੇ ਵੱਲ ਹੁਕਮਨਾਮਾ ਭੇਜਿਆ ਹੈ, ਪਰ ਪਹਿਲਾਂ 150 ਰੁਪਏ ਦਰਸ਼ਨੀ ਭੇਟਾ ਦਿਓ ਤਾਂ ਤੁਹਾਨੂੰ ਗੁਰਾਂ ਦਾ ਹੁਕਮਨਾਮਾ ਮਿਲੇਗਾ। ਸਿੱਖ ਬਹੁਤ ਗਰੀਬ ਸੀ, ਕੋਲ 100 ਰੁਪਏ ਨਹੀਂ ਸੀ। ਸਤਿਗੁਰਾਂ ਦਾ ਸਿੱਖ ਜਾਣ ਕੇ ਬਹੁਤ ਸੇਵਾ ਅਤੇ ਆਦਰ ਕੀਤਾ। ਆਰਾਮ ਕਰਨ ਲਈ ਸਿੱਖ ਨੂੰ ਆਸਣ ਦਿੱਤਾ ਅਤੇ ਆਪ ਘਰ ਦਾ ਸਮਾਨ ਵੇਚਣ ਲਈ ਚਲਾ ਗਿਆ ਕਿ ਸਤਿਗੁਰਾਂ ਦਾ ਹੁਕਮਨਾਮਾ ਆਇਆ ਹੈ। ਸਿੱਖ ਨੇ ਦਰਸ਼ਨੀ ਭੇਟਾ ਦੇ ਕੇ ਹੁਕਮਨਾਮਾ ਲਿਆ ਅਤੇ ਬੜੇ ਸਤਿਕਾਰ ਸਹਿਤ ਸਿਰ 'ਤੇ ਰੱਖ ਕੇ ਮੱਥਾ ਟੇਕਿਆ। ਜਿਸ ਵੇਲੇ ਹੁਕਮਨਾਮਾ ਪੜ੍ਹਿਆ ਤਾਂ ਉਸ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਹੋਇਆ ਸੀ ਕਿ ਗੁਰੂ ਘਰ ਦੀ ਸੇਵਾ ਲਈ 500 ਰੁਪਏ ਭੇਜਣਾ ਕਰੋ। ਸਿੱਖ ਨੇ ਮੱਥੇ ਵੱਟ ਨਹੀਂ ਪਾਇਆ ਅਤੇ ਨਾ ਹੀ ਮਨ ਵਿੱਚ ਸੰਕਲਪ ਕੀਤਾ ਕਿ ਗੁਰਾਂ ਨੇ ਭੇਟਾ ਮੰਗੀ ਹੈ। ਤਦੋਂ ਸੋਚਣ ਲੱਗਾ ਕਿ ਭੇਟਾ ਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਜਾਵੇ। ਇੰਨੇ ਨੂੰ ਢੋਲ ਵੱਜਦਾ ਆਇਆ। ਢੰਡੋਰਚੀ ਵਾਜਾਂ ਮਾਰ ਰਿਹਾ ਸੀ ਕਿ ਅੱਜ ਰਾਜੇ ਨੇ ਕੁਸ਼ਤੀ ਕਰਾਉਣੀ ਹੈ। ਜਿਹੜਾ ਮਸਕੀਨੀਏ ਪਹਿਲਵਾਨ ਨੂੰ ਢਾਹ ਲਵੇਗਾ ਉਸ ਨੂੰ 1000 ਰੁਪਏ ਇਨਾਮ ਦੇ, ਜਿਹੜਾ ਢਹਿ ਜਾਵੇਗਾ ਉਸ ਨੂੰ 500 ਰੁਪਏ ਇਨਾਮ ਮਿਲੇਗਾ। ਇਹ ਗੱਲ ਸੁਣ ਕੇ ਸਿੱਖ ਬੜਾ ਪ੍ਰਸੰਨ ਖੁਸ਼ ਹੋਇਆ ਅਤੇ ਸੋਚਿਆ ਕਿ ਮਹਾਰਾਜ ਲਈ ਅਗਰ ਜਾਨ ਲੇਖੇ ਲੱਗ ਜਾਵੇ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੈ। ਜੇ ਜਿੱਤ ਨਹੀਂ ਤਾਂ ਹਾਰ ਕੇ 500 ਰੁਪਏ ਇਨਾਮ ਲੈ ਕੇ ਸਤਿਗੁਰਾਂ ਨੂੰ ਗੁਰੂ ਘਰ ਲਈ ਭੇਟਾ ਦੇਣਾ ਕਰਾਂਗਾ। ਸਤਿਗੁਰੂ ਨੇ ਆਪਣਾ ਕਾਰਜ ਆਪ ਹੀ ਸਵਾਰ ਲਿਆ ਹੈ। ਉਸੇ ਵੇਲੇ ਸਿੱਖ ਮੱਲ ਅਖਾੜੇ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਪਿਆਸ ਲੱਗੀ ਤਾਂ ਖੂਹ 'ਤੇ ਪਾਣੀ ਪੀਣ ਲੱਗਾ। ਉੱਥੇ ਹੋਰ ਵੀ ਕਾਫੀ ਲੋਕ ਪਾਣੀ ਪੀਣ ਲਈ ਖੜ੍ਹੇ ਸਨ। ਸਿੱਖ ਕਹਿਣ ਲੱਗਾ ਕਿ ਮੈਨੂੰ ਜਲਦੀ ਹੈ, ਮੈਂ ਜਾ ਕੇ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਲੜਨੀ ਹੈ। ਉਸੇ ਖੂਹ 'ਤੇ ਮਸਕੀਨੀਆਂ ਨਹਾ ਰਿਹਾ ਸੀ। ਲੋਕੀ ਕਹਿਣ ਲੱਗੇ ਕਿ ਉਹ ਤਾਂ ਤੇਰੇ ਹੱਡ ਭੰਨ ਸੁੱਟੇਗਾ। ਤਾਂ ਸਿੱਖ ਕਹਿਣ ਲੱਗਾ ਕਿ ਸਤਿਗੁਰਾਂ ਦੀ ਸੇਵਾ ਵਿੱਚ ਜੇਕਰ ਮੇਰਾ ਸਰੀਰ ਲੱਗ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੋਣਾ ਹੈ। ਸਿੱਖ ਦੀ ਜਦੋਂ ਮਸਕੀਨੀਏ ਪਹਿਲਵਾਨ ਨੇ ਵੀ ਇਹ ਗੱਲ ਸੁਣੀ ਤਾਂ ਹਿਰਦਾ ਮੋਮ ਵਾਂਗੂ ਪਿਘਲ ਗਿਆ ਅਤੇ ਸੋਚਣ ਲੱਗਾ, ਧੰਨ ਅਜਿਹੇ ਸਿੱਖ ਜੋ ਗੁਰੂ ਲਈ ਸਰੀਰ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ। ਅਖਾੜੇ ਵਿੱਚ ਬੜੇ ਢੋਲ ਢਮੱਕੇ ਵੱਜੇ, ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਸ ਵੇਲੇ ਮਸਕੀਨੀਏ ਪਹਿਲਵਾਨ ਦੇ ਸਾਹਮਣੇ ਸਿੱਖ ਆਇਆ ਤਾਂ ਲੋਕੀ ਹੱਸਣ ਲੱਗੇ ਕਿ ਸੁਕੜੇ ਸਿੱਖ ਨੇ ਕੀ ਕੁਸ਼ਤੀ ਕਰਨੀ ਹੈ, ਇਸ ਨੇ ਤਾਂ ਮੌਤ ਖਰੀਦ ਲਈ ਹੈ। ਕੁਸ਼ਤੀ ਸ਼ੁਰੂ ਹੋਈ। ਕੁਝ ਚਿਰ ਆਪਸ ਵਿੱਚ ਹੇਠ ਉਤਾਂਹ ਹੁੰਦੇ ਰਹੇ। ਅਖੀਰ ਮਸਕੀਨੀਏ ਨੇ ਸਿੱਖ ਨੂੰ ਜੱਫਾ ਪਾ ਕੇ ਆਪਣੇ ਉੱਪਰ ਕਰ ਲਿਆ। ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਕਿ ਮਸਕੀਨੀਆਂ ਹਾਰ ਗਿਆ ਤੇ ਸਿੱਖ ਜਿੱਤ ਗਿਆ। ਉਸ ਵੇਲੇ ਸਿੱਖ ਨੂੰ 1000 ਰੁਪਏ ਇਨਾਮ ਤੇ ਮਸਕੀਨੀਏ ਨੂੰ 500 ਰੁਪਏ ਮਿਲੇ। ਮਸਕੀਨੀਏ ਦਾ ਮਾਨ ਮਿਟ ਗਿਆ, ਨਿਮਰਤਾ ਆ ਗਈ। ਫਿਰ ਮਸਕੀਨੀਏ ਪਹਿਲਵਾਨ ਨੇ ਸਿੱਖ ਨੂੰ ਬੇਨਤੀ ਕੀਤੀ ਕਿ ਜਿਸ ਗੁਰੂ ਦੇ ਪਿੱਛੇ ਤੂੰ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਗਿਆ, ਉਹ ਗੁਰੂ ਕਿੱਥੇ ਰਹਿੰਦੇ ਹਨ? ਮੈਨੂੰ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਵਾ। ਸਿੱਖ ਨੇ ਪਹਿਲਾਂ ਆ ਕੇ 500 ਭੇਟਾ ਸਿੱਖ ਨੂੰ ਦਿੱਤੀ ਅਤੇ ਮਸਕੀਨੀਏ ਪਹਿਲਵਾਨ ਨੂੰ ਨਾਲ ਲੈ ਕੇ ਜੋ ਸਿੱਖ ਘਰ ਬੈਠਾ ਸੀ ਉਸ ਨਾਲ ਤੁਰ ਪਏ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਗੁਰੂ ਅੰਤਰਜਾਮੀ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਉਚਾਰ ਰਹੇ ਸਨ। ਜਦੋਂ ਮਸਕੀਨੀਏ ਪਹਿਲਵਾਨ ਤੇ ਸਿੱਖ ਨੇ ਭੇਟਾ ਰੱਖ ਕੇ ਨਮਸਕਾਰ ਕੀਤੀ ਤਾਂ ਉਸ ਵੇਲੇ ਸਤਿਗੁਰਾਂ ਨੇ ਵਰ ਦਿੰਦਿਆਂ ਬਚਨ ਕਹੇ, ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਹੇ ਮਸਕੀਨੀਆਂ ਪਹਿਲਵਾਨ, ਤੂੰ ਸੁਖੀ ਵਸੇਗਾ। ਤੂੰ ਆਪਣਾ ਹੰਕਾਰ ਨਿਵਾਰ ਕੇ ਨਿਵਰਤ ਕਰਕੇ ਸਿੱਖ ਦੇ ਤਲੇ ਹੇਠਾਂ ਡਿੱਗ ਪਿਆ। ਸਾਰਿਆਂ ਲਈ ਉਪਦੇਸ਼ ਹੈ। ਜਿਨ੍ਹਾਂ ਨੇ ਆਪਾ ਭਾਵ ਮੇਟ ਕਰਕੇ ਆਪਣੇ ਆਪ ਨੂੰ ਤਲੇ ਨੀਵੇਂ ਮੰਨਿਆ ਹੈ, ਉਹ ਮਸਕੀਨੀਆਂ ਨਿਮਰਤਾ ਵਾਲੇ ਸੁਖੀ ਵਸਦੇ ਹਨ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵੱਡੇ ਵੱਡੇ ਕਹੀਏ ਵਡੇਰੇ ਵਡੇਰੇ ਹੰਕਾਰੀ ਰਾਵਣ, ਦੁਰਯੋਧਨ ਆਦਿ ਸਭ ਹੀ ਗਰਭ ਹੰਕਾਰ ਕਰਕੇ ਗਲੇ ਸੜੇ ਹਨ। ਜੋ ਜਾਤੀਆਂ ਦੇ ਅਭਿਮਾਨੀ, ਵਿਦਿਆ ਦੇ ਅਭਿਮਾਨੀ ਵੱਡੇ ਵੱਡੇ ਹੰਕਾਰੀ ਹਨ, ਉਹ ਗਰਭ ਹੰਕਾਰ ਵਿੱਚ ਗਲੇ ਰਹਿੰਦੇ ਹਨ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚੱਲੈ ਥਾ ਦੇਹੀ ਗਿਰਜ ਨ ਖਾਈ। ਸਿੱਖਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ ਕਿ ਗਰੀਬਾਂ ਦੀ ਤੁਸੀਂ ਵਡਿਆਈ ਕੀਤੀ ਹੈ, ਪਰ ਹੰਕਾਰੀਆਂ ਦਾ ਕੀ ਹੋਵੇਗਾ? ਤਾਂ ਗੁਰੂ ਜੀ ਅੱਗੇ ਅਸ਼ਟਪਦੀ ਵਿੱਚ ਸ਼ਲੋਕ ਦਾ ਟੀਕਾ ਕਰਕੇ ਉਚਾਰਨ ਕਰਦੇ ਹਨ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਹੇ ਭਾਈ, ਜਿਸ ਦੇ ਹਿਰਦੇ ਅੰਦਰ ਰਾਜ ਭਾਗ ਦਾ ਅਭਿਮਾਨ ਹੰਕਾਰ ਹੁੰਦਾ ਹੈ, ਹੰਕਾਰ ਸਹਿਤ ਗਰੀਬਾਂ 'ਤੇ ਅਤਿਆਚਾਰ ਕਰਦਾ ਹੈ, ਉਹ ਨਰਕਾਂ ਵਿੱਚ ਪਾਤੀ ਹੁੰਦਾ, ਡਿੱਗ ਪੈਂਦਾ ਅਤੇ ਨਰਕਾਂ ਵਿੱਚੋਂ ਨਿਕਲ ਕੇ ਸੁਆਨ ਕੁੱਤੇ ਆਦਿਕ ਦੀਆਂ ਨੀਵੀਆਂ ਜੂਨਾਂ ਵਿੱਚ ਪੈਂਦਾ ਹੈ। ਉਹ ਹੰਕਾਰੀ ਪੁਰਸ਼ ਕੁੱਤੇ ਦੀ ਨਿਆਈ ਹੈ ਅਤੇ ਅੰਤ ਨੂੰ ਨਰਕਾਂ ਵਿੱਚ ਪਾਤੀ ਹੁੰਦਾ, ਡਿੱਗਣ ਵਾਲਾ ਹੁੰਦਾ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸਟਾ ਕਾ ਜੰਤ। ਜਿਹੜਾ ਜਾਣਦਾ ਹੈ ਕਿ ਮੈਂ ਬੜਾ ਜੋਬਨ ਅਵਸਥਾ ਵਾਲਾ ਹਾਂ, ਬੜਾ ਸੋਹਣਾ ਹਾਂ ਅਤੇ ਅੰਤ ਸੁੰਦਰ ਹਾਂ, ਉਹ ਜੰਤ ਜੀਵ ਬਿਸਟਾ ਗੰਦਗੀ ਦਾ ਕੀੜਾ ਹੁੰਦਾ। ਉਹ ਜੰਤ ਜੀਵ ਬਿਸਟਾ ਦੁਰਗੰਧੀ ਰੂਪ ਨਰਕ ਵਿੱਚ ਵਾਸਾ ਕੀਏ ਉਹਦੇ ਵਿੱਚ ਨਿਵਾਸ ਹੁੰਦਾ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਜੋ ਆਪਣੇ ਆਪ ਨੂੰ ਚੰਗੇ ਕਰਮਵੰਤ ਕਰਮਾਂ ਵਾਲਾ ਕਹਾਉਂਦਾ ਹੈ ਕਿ ਮੈਂ ਚੰਗੇ ਕਰਮ ਕਰਦਾ, ਉਹ ਜਨਮਦਾ ਮਰੈ ਮਰਦਾ, ਬਹੁਤ ਜੂਨੀਆਂ ਵਿੱਚ ਭਰਮਾਵੇ ਭਰਮਦਾ ਰਹਿੰਦਾ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜੋ ਮਨੁੱਖ ਧਨ ਦੌਲਤ ਅਤੇ ਭੂਮ ਜ਼ਮੀਨ ਦਾ ਗੁਮਾਨ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਬਹੁਤ ਧਨ ਦੌਲਤ ਜ਼ਮੀਨ ਹੈ, ਉਹ ਮੂਰਖ ਅਗਿਆਨ ਕਰਕੇ ਅੰਨਾ ਹੈ। ਸ਼ਾਸਤਰ ਗਿਆਨ ਵੱਲੋਂ ਅੰਨਾ, ਪਰਮਾਰਥ ਵੱਲੋਂ ਅਗਿਆਨੀ ਤੇ ਵਿਵਹਾਰਾਂ ਵੱਲੋਂ ਮੂਰਖ ਪੁਰਸ਼ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਜਿਸ ਦੇ ਹਿਰਦੇ ਅੰਤਸ਼ਕਰਨ ਵਿੱਚ ਵਾਹਿਗੁਰੂ ਕਿਰਪਾ ਕਰਕੇ ਗਰੀਬੀ ਨਿਮਰਤਾ ਵਸਾ ਦੇਵੇ, ਜਿਵੇਂ ਮਸਕੀਨੀਏ 'ਤੇ ਕਿਰਪਾ ਕੀਤੀ ਸੀ। ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਪੁਰਖ ਈਹਾਂ ਇਸ ਲੋਕ ਵਿੱਚ ਵੀ ਮੁਕਤ ਹੈ
ਅਤੇ ਆਗੇ ਅੱਗੇ ਪ੍ਰਲੋਕ ਵਿੱਚ ਵੀ ਸੁਖ ਪਾਉਣਾ ਕਰੇਗਾ। ਇਹਾਂ ਮੁਕਤ ਇਸ ਲੋਕ ਵਿੱਚ ਜੀਵਨ ਮੁਕਤੀ ਅਤੇ ਆਗੇ ਅੱਗੇ ਪ੍ਰਲੋਕ ਵਿੱਚ ਵਿਦੇਹ ਮੁਕਤੀ ਦੇ ਸੁਖ ਨੂੰ ਪਾਉਂਦਾ ਹੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨ ਜਾਵੈ। ਜੋ ਮਨੁੱਖ ਧਨਾੜ ਧਨ ਵਾਲਾ ਹੋ ਕਰਕੇ ਗਰਬਾਵੇ ਕੀਏ ਹੰਕਾਰ ਕਰਦਾ ਹੈ, ਪਰ ਉਸ ਦੇ ਤ੍ਰਿਣ ਘਾਹ ਸਮਾਨ ਬਰਾਬਰ ਭਾਵ ਰੰਚਕ ਮਾਤਰ ਜਿੰਨਾ ਵੀ ਕੁਝ ਵੀ ਸੰਗ ਨਾਲ ਨਹੀਂ ਜਾਂਦਾ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ਼। ਜੋ ਬਹੁਤੀ ਲਸ਼ਕਰ ਫੌਜ ਤੇ ਦੂਸਰੇ ਮਾਨੁਖ ਪੁਰਸ਼ਾਂ ਦੇ ਉੱਤੇ ਆਸ ਭਰੋਸਾ ਕਰਦਾ ਹੈ, ਇੱਕ ਪਲ ਭੀਤਰ ਵਿੱਚ ਉਸ ਦਾ ਸਭ ਕੁਝ ਹੀ ਬਿਨਾਸ਼ ਕਹੀਏ ਨਾਸ ਹੋ ਜਾਂਦਾ ਹੈ। ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਪਸਵੰਤ। ਜਿਹੜਾ ਹੰਕਾਰ ਕਾਰਨ ਆਪਣੇ ਆਪ ਨੂੰ ਸਾਰਿਆਂ ਤੋਂ ਬਲਵੰਤ ਬਲ ਵਾਲਾ ਜਾਣਦਾ ਹੈ, ਉਹ ਮ੍ਰਿਤੂ ਵੇਲੇ ਖਿਨ ਇੱਕ ਛਿਨ ਵਿੱਚ ਹੀ ਪਸਮੰਤ ਕਹੀਏ ਸਵਾਹ ਹੋ ਜਾਂਦਾ। ਕਿਸੈ ਨ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜੋ ਕਿਸੇ ਨੂੰ ਵੀ ਬਦੈ ਹੁੰਦਾ ਮਨ ਦਾ ਭਾਵ ਗਿਣਦਾ ਹੀ ਨਹੀਂ ਤੇ ਆਪਣੇ ਹੰਕਾਰ ਵਿੱਚ ਹੀ ਰਹਿੰਦਾ, ਧਰਮ ਰਾਏ ਧਰਮ ਰਾਜਾ ਉਸ ਨੂੰ ਖੁਆਰ ਕਰੇਗਾ। ਹੰਕਾਰ ਕਰਕੇ ਖੁਆਰੀ ਬੇਇੱਜ਼ਤੀ ਕਰੇਗਾ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਜਿਸ ਦਾ ਹਿਰਦੇ ਵਿੱਚੋਂ ਅਭਿਮਾਨ ਹੰਕਾਰ ਮਿਟ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਉਹ ਜਨ ਪੁਰਖ ਦਰਗਹਿ ਪਰਲੋਕ ਵਿੱਚ ਪ੍ਰਮਾਣਿਕ ਹੁੰਦਾ ਹੈ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਜੋ ਜੀਵ ਕਰੋੜਾਂ ਕਰਮ ਕਰਦਾ ਹੋਇਆ ਹਉ ਕਹੀਏ ਹਉਮੈ ਨੂੰ ਧਾਰਨ ਕਰਦਾ ਹੈ, ਕਿਉਂਕਿ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸਨਾਨ। ਕੀਤੇ ਕਰਮਾਂ ਦਾ ਹੀ ਸ਼ਰਮ ਥਕੇਵਾਂ ਪਾਉਂਦਾ ਹੈ ਤੇ ਉਸ ਦੇ ਕੀਤੇ ਸਾਰੇ ਕਰਮ ਹੰਕਾਰ ਕਰਕੇ ਬਿਰਥਾਰੇ ਕੀਏ ਬੇਅਰਥ ਹੀ ਹੋ ਜਾਂਦੇ ਹਨ। ਜਿਵੇਂ ਹਾਥੀ ਨੂੰ ਸਾਬਣ ਨਾਲ ਗੰਗਾ ਵਿੱਚ ਇਸ਼ਨਾਨ ਕਰਵਾਇਆ ਤੇ ਉਹ ਫਿਰ ਬਾਹਰ ਆ ਕੇ ਆਪਣੀ ਸੁੰਡ ਨਾਲ ਆਪਣੇ ਉੱਤੇ ਖੇਹ ਪਾ ਲੈਂਦਾ, ਇਸ ਤਰ੍ਹਾਂ ਦੀ ਮਨੁੱਖ ਦੀ ਹਾਲਤ ਹੈ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਜੋ ਅਨੇਕ ਪ੍ਰਕਾਰ ਦੀ ਤਪੱਸਿਆ ਕਰਕੇ ਹੰਕਾਰ ਹੰਗਤਾ ਕਰਦਾ ਹੈ, ਉਹ ਫਿਰ ਮੁੜ ਕੇ ਨਰਕ ਦੋਜਕ ਸੁਰਗ ਬਹਿਸ਼ਤ ਵਿੱਚ ਅਵਤਾਰ ਉਤਰਦਾ ਰਹਿੰਦਾ। ਭਾਵ ਤਪੱਸਿਆ ਦੇ ਫਲ ਕਰਕੇ ਸਵਰਗਾਂ ਦੀ ਪ੍ਰਾਪਤੀ ਹੋਵੇਗੀ। ਜਦੋਂ ਪੁੰਨ ਕਰਮ ਸਮਾਪਤ ਹੋ ਜਾਣਗੇ, ਜਿਵੇਂ ਵੱਟਾ ਪਹਾੜ ਤੋਂ ਥੱਲੇ ਰੋੜਿਆ ਜਾਂਦਾ, ਇਸੇ ਤਰ੍ਹਾਂ ਸਵਰਗ ਵਿੱਚੋਂ ਮਨੁੱਖ ਨੂੰ ਥੱਲੇ ਰੋੜਿਆ ਜਾਵੇਗਾ, ਭਾਵ ਸੁੱਟਿਆ ਜਾਵੇਗਾ। ਫਿਰ ਨਰਕ ਦੇ ਵਿੱਚ ਨਰਕੀ ਜੀਵ ਹੋ ਕੇ ਜਨਮ ਧਾਰੇਗਾ, ਭਾਵ ਮੁੜ ਕੇ ਸੰਸਾਰਿਕ ਜੂਨਾਂ ਵਿੱਚ ਉਤਰਨਾ ਕਰੇਗਾ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਅਨੇਕ ਸਾਧਨ ਰੂਪ ਉਦਮਾਂ ਨਾਲ ਯਤਨਾਂ ਕਰਕੇ ਜਿਸ ਦਾ ਆਤਮ ਮਨ ਸਤਿਗੁਰਾਂ ਦੇ ਪਿਆਰ ਵਿੱਚ ਦਰਵੈ ਨਰਮ ਭਾਵ ਕੋਮਲ ਨਹੀਂ ਨਾ ਹੁੰਦਾ, ਹਰੀ ਵਾਹਿਗੁਰੂ ਦੇ ਦਰਬਾਰ ਵਿੱਚ ਕਹੋ ਦੱਸੋ ਭਲਾ ਉਸ ਦੀ ਕੈਸੇ ਕਿਸ ਪ੍ਰਕਾਰ ਗਵੈ ਗਵਤਾ ਹੋਵੇਗੀ, ਭਾਵ ਨਹੀਂ ਹੋ ਸਕਦੀ। ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਉਸ ਦਾ ਜਸ ਕੈਸੇ ਕਿਸ ਪ੍ਰਕਾਰ ਗਵੈ ਗਾਇਆ ਜਾ ਸਕਦਾ, ਭਾਵ ਨਹੀਂ ਗਾਇਆ ਜਾ ਸਕਦਾ। ਆਪਸ ਕਹੋ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨ ਆਵੈ। ਜਿਹੜਾ ਪੁਰਸ਼ ਆਪਣੇ ਆਪ ਨੂੰ ਹੀ ਭਲਾ ਚੰਗਾ ਕਹਾਉਂਦਾ ਹੈ,
ਉਸ ਪੁਰਸ਼ ਦੇ ਤਾਂ ਭਲਾਈ ਚੰਗਿਆਈ ਨੇੜੇ ਵੀ ਨਹੀਂ ਟੁੱਕਦੀ, ਨੇੜੇ ਵੀ ਨਹੀਂ ਆਉਂਦੀ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਕੀ ਨਿਰਮਲ ਸੋਏ। ਜਾ ਕਾ ਕੀਏ ਜਿਸ ਦਾ ਮਨ ਅੰਤਿਸ਼ ਕਰਨ, ਸਾਰਿਆਂ ਦੀ ਚਰਨ ਰੇਣ ਧੂੜੀ ਹੋ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦੀ ਲੋਕ ਪ੍ਰਲੋਕ ਵਿੱਚ ਨਿਰਮਲ ਉਜਲ ਸ਼ੋਭਾ ਹੁੰਦੀ ਹੈ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਇ। ਜਦ ਤੱਕ ਜੀਵ ਜਾਣਦਾ ਹੈ ਕਿ ਮੁਝ ਮੇਰੇ ਤੋਂ ਹੀ ਸਭ ਕੁਝ ਹੋ ਰਿਹਾ ਤੇ ਹੁੰਦਾ ਹੈ, ਤਦ ਤੱਕ ਇਸ ਨੂੰ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਭੈਰੋ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮਹਿ ਫਿਰਤਾ। ਜਦੋਂ ਇਹ ਜੀਵ ਜਾਣਦਾ ਹੈ ਕਿ ਮੈਂ ਸਾਰਾ ਕੁਝ ਹੀ ਕਰਤਾ ਹਾਂ, ਕਰ ਸਕਦਾ ਹਾਂ ਤੇ ਕਰ ਰਿਹਾ ਹਾਂ, ਤਦ ਲੱਗ ਕੀਏ ਤਦ ਤੱਕ ਇਹ ਜੀਵ ਮਾਤਾ ਦੇ ਗਰਭ ਪੇਟ ਵਿੱਚ ਪੈ ਕੇ ਜੂਨੀਆਂ ਵਿੱਚ ਹੀ ਭਰਮਦਾ ਤੇ ਭਟਕਦਾ ਫਿਰਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਤੱਕ ਕਿਸੇ ਨੂੰ ਮਨ ਵਿੱਚ ਬੈਰੀ ਦੁਸ਼ਮਣ ਤੇ ਮੀਤ ਮਿੱਤਰ ਧਾਰਨ ਕਰਦਾ ਹੈ, ਤਦ ਤੱਕ ਚੀਤ ਹਿਰਦਾ ਨਿਹਚਲ ਅਚਲ ਨਹੀਂ ਹੁੰਦਾ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦ ਤੱਕ ਜੀਵ ਮਾਏ ਹੁੰਦਾ, ਮਾਇਆ ਦੇ ਮੋਹ ਨਾਲ ਮਗਨ ਮਸਤ ਹੋਇਆ ਰਹਿੰਦਾ, ਤਦ ਤੱਕ ਧਰਮ ਰਾਜਾ ਇਸ ਜੀਵ ਨੂੰ ਕਰਮਾਂ ਧਰਮਾਂ ਦੇ ਅਨੁਸਾਰ ਸਜ਼ਾ ਦੰਡ ਦਿੰਦਾ ਰਹੇਗਾ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਪ੍ਰਭ ਹਰੀ ਵਾਹਿਗੁਰੂ ਦੀ ਕਿਰਪਾ ਮਿਹਰ ਤੋਂ ਹੀ ਜੰਮਣ ਮਰਨ ਰੂਪ ਜੰਜਾਲ ਬੰਧਨ ਟੁੱਟਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹੀ ਹਉਮੈ ਦੇ ਬੰਧਨ ਛੁੱਟਦੇ ਹਨ। ਸਹਿਸ ਖੱਡੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਜੀਵ ਤ੍ਰਿਸ਼ਨਾ ਵਿੱਚ ਗਰਸਿਆ ਹਜ਼ਾਰਾਂ ਧਨ ਖੱਟੇ ਕਮਾਉਂਦਾ ਹੈ, ਫਿਰ ਲੱਖਾਂ ਦੇ ਮਗਰ ਉੱਠ ਕੇ ਧਾਵੈ ਦੌੜਦਾ ਹੈ। ਇਸ ਤਰ੍ਹਾਂ ਜੀਵ ਨੂੰ ਤ੍ਰਿਪਤ ਕਹੀਏ ਰੱਜ ਨਹੀਂ ਆਉਂਦਾ। ਹਰ ਵਕਤ ਮਾਇਆ ਦੇ ਪਿੱਛੇ ਮਨ ਨੂੰ ਪਾਵੈ ਕਹੀਏ ਪੌਣਾ ਕਰਦਾ, ਭਾਵ ਮਾਇਆ ਇਕੱਠੀ ਕਰਦਾ ਹੀ ਰਹਿੰਦਾ। ਇੱਕ ਸਮੇਂ ਸਿਕੰਦਰ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਵੀ ਬਾਦਸ਼ਾਹ ਹਾਂ ਤੇ ਸਮੁੰਦਰ ਵੀ ਬਾਦਸ਼ਾਹ ਕਹਾਉਂਦਾ ਹੈ। ਇਹ ਨਹੀਂ ਹੋਣਾ ਚਾਹੀਦਾ। ਸਿਕੰਦਰ ਨੇ ਸਮੁੰਦਰ ਨਾਲ ਜੰਗ ਕਰਨ ਲਈ ਚੜ੍ਹਾਈ ਕਰ ਦਿੱਤੀ। ਜਿਸ ਵੇਲੇ ਧਨੁੱਖ ਖਿੱਚ ਕੇ ਬਾਣ ਮਾਰਨ ਲੱਗਾ ਤਾਂ ਸਮੁੰਦਰ ਦਾ ਅਭਿਮਾਨੀ ਦੇਵ ਪ੍ਰਗਟ ਹੋਇਆ ਤੇ ਸਿਕੰਦਰ ਤੋਂ ਪੁੱਛਣ ਲੱਗਾ ਕਿ ਕੀ ਕਾਰਨ ਹੈ। ਸਿਕੰਦਰ ਨੇ ਕਿਹਾ ਕਿ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਤੇ ਤੂੰ ਨਦੀਆਂ ਦਾ ਬਾਦਸ਼ਾਹ ਹੈ, ਇਸ ਕਰਕੇ ਮੈਂ ਤੇਰੇ ਨਾਲ ਜੰਗ ਕਰਨਾ ਚਾਹੁੰਦਾ, ਜਾਂ ਤੂੰ ਮੇਰੇ ਅਧੀਨ ਹੋ ਜਾ। ਤਾਂ ਸਮੁੰਦਰ ਕਹਿਣ ਲੱਗਾ ਕਿ ਜੰਗ ਕਰਨ ਦੀ ਕੀ ਲੋੜ ਹੈ, ਐਵੇਂ ਪ੍ਰਜਾ ਦੀ ਤਬਾਹੀ ਹੋਵੇਗੀ। ਜਿਵੇਂ ਤੂੰ ਆਖਦਾ ਹੈ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਸਿਕੰਦਰ ਨੇ ਕਿਹਾ ਕਿ ਤੂੰ ਫਿਰ ਮੇਰੇ ਪਾਸ ਮਾਮਲਾ ਭਰਿਆ ਕਰ। ਸਮੁੰਦਰ ਨੇ ਉਸੇ ਵੇਲੇ ਨਿੱਕੀ ਜਿਹੀ ਥਾਲੀ ਹੀਰੇ ਰਤਨਾਂ ਦੀ ਭਰ ਕੇ ਅੱਗੇ ਲਿਆ ਰੱਖੀ। ਸਿਕੰਦਰ ਨੂੰ ਖੁਸ਼ ਕਰਕੇ ਸਮੁੰਦਰ ਚਲਾ ਗਿਆ। ਕੁਝ ਚਿਰ ਪਿੱਛੋਂ ਸਿਕੰਦਰ ਬਾਦਸ਼ਾਹ ਨੂੰ ਖਿਆਲ ਆਇਆ, ਮੈਂ ਇੰਨਾ ਵੱਡਾ ਬਾਦਸ਼ਾਹ ਹਾਂ ਤੇ ਇਸ ਨੇ ਨਿੱਕੀ ਜਿਹੀ ਥਾਲੀ ਮੇਰੇ ਅੱਗੇ ਰੱਖ ਕੇ ਮੇਰਾ ਮਖੌਲ ਕੀਤਾ ਹੈ। ਸਿਕੰਦਰ ਬਾਦਸ਼ਾਹ ਫਿਰ ਧਨੁੱਖ ਖਿੱਚ ਕੇ ਬਾਣ ਚਲਾਉਣ ਲੱਗਾ ਤਾਂ ਸਮੁੰਦਰ ਫਿਰ ਆ ਗਿਆ ਤੇ ਪੁੱਛਿਆ ਕਿ ਹੁਣ ਕੀ ਗੱਲ ਹੈ। ਸਿਕੰਦਰ ਨੇ ਕਿਹਾ ਕਿ ਤੂੰ ਛੋਟੀ ਜਿਹੀ ਥਾਲੀ ਰੱਖ ਕੇ ਮਖੌਲ ਕਰਦਾ। ਉਸੇ ਵੇਲੇ ਸਮੁੰਦਰ ਨੇ ਛੱਲ ਮਾਰੀ ਤਾਂ ਕਿਨਾਰਾ ਹੀਰੇ ਲਾਲਾਂ ਨਾਲ ਭਰ ਦਿੱਤਾ। ਬਾਦਸ਼ਾਹ ਨੇ ਸਾਰੀ ਫੌਜ ਨੂੰ ਹੁਕਮ ਦੇ ਦਿੱਤਾ ਕਿ ਜਿੰਨੇ ਕੋ ਹੀਰੇ ਲਾਲ ਚੁੱਕੇ ਜਾਂਦੇ ਆ ਸਭ ਚੁੱਕ ਲਵੋ। ਸਾਰਿਆਂ ਨੇ ਥੈਲੇ ਭਰ ਲਏ,
ਪਰ ਹੀਰੇ ਲਾਲ ਮੁੱਕਣ ਵਿੱਚ ਨਾ ਆਏ। ਫਿਰ ਸਿਕੰਦਰ ਬਾਦਸ਼ਾਹ ਨੇ ਕਿਹਾ ਕਿ ਇਹਨਾਂ ਹੀਰੇ ਲਾਲਾਂ ਨੂੰ ਪਾਉਣ ਵਾਸਤੇ ਕੋਈ ਭਾਂਡਾ ਵੀ ਦੇਣਾ ਕਰ। ਉਸ ਵੇਲੇ ਸਮੁੰਦਰ ਨੇ ਨਿੱਕੀ ਜਿਹੀ ਬੇੜੀ ਦਿੱਤੀ। ਉਸ ਬੇੜੀ ਨੂੰ ਵੇਖ ਕੇ ਸਿਕੰਦਰ ਬਾਦਸ਼ਾਹ ਨੇ ਕਿਹਾ, ਇਹ ਬੇੜੀ ਤਾਂ ਬਿਲਕੁਲ ਨਿੱਕੀ ਜਿਹੀ ਹੈ, ਇਸ ਵਿੱਚ ਹੀਰੇ ਲਾਲ ਨਹੀਂ ਆਉਣੇ। ਸਮੁੰਦਰ ਨੇ ਕਿਹਾ ਕਿ ਤੂੰ ਪਾ ਕੇ ਵੇਖ ਤਾਂ ਸਹੀ, 5 ਟੋਕਰੀਆਂ ਪਾਏਗਾ ਤਾਂ 10 ਦੀ ਜਗ੍ਹਾ ਹੋਵੇਗੀ, 10 ਪਾਏਗਾ ਤਾਂ 20 ਦੀ ਜਗ੍ਹਾ ਬਣ ਜਾਏਗੀ। ਜਦ ਸਿਕੰਦਰ ਬਾਦਸ਼ਾਹ ਨੇ ਉਹ ਸਭ ਹੀਰੇ ਲਾਲ ਪਾ ਲਏ, ਫੇਰ ਵੀ ਭਰਨ ਵਿੱਚ ਨਹੀਂ ਆਈ ਬੇੜੀ। ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਖ ਦਾ ਪੇਟ ਮਨ ਨਹੀਂ ਭਰਦਾ, ਜਿਵੇਂ ਉਸ ਬੇੜੀ ਦਾ ਤੇ ਸਿਕੰਦਰ ਦਾ ਮਨ ਤੇ ਪੇਟ ਨਹੀਂ ਨਾ ਭਰਿਆ। ਸੋ ਇਸੇ ਤਰ੍ਹਾਂ ਇਹੋ ਜਿਹੀਆਂ ਸਾਖੀਆਂ ਭਾਵੇਂ ਕਲਪਤ ਰੂਪ ਹੋਇਆ ਕਰਦੀਆਂ ਹਨ, ਪਰ ਇਹਨਾਂ ਦਾ ਸਿਧਾਂਤ ਸਮਝਣ ਦੀ ਲੋੜ ਹੈ, ਜੋ ਅਰਥ ਨੂੰ ਸੁਖੈਨ ਸਪਸ਼ਟ ਕਰ ਦਿੰਦਾ ਹੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਜੀਵ ਅਨੇਕਾਂ ਪ੍ਰਕਾਰ ਵਿਸ਼ਿਆਂ ਦੇ ਭੋਗਾਂ ਨੂੰ ਭੋਗਣਾ ਕਰਦਾ ਹੈ, ਕਿਸੇ ਪ੍ਰਕਾਰ ਦਾ ਵੀ ਤ੍ਰਿਪਤਾਵੈ ਰੱਜ ਨਹੀਂ ਆਉਂਦਾ। ਖਪ ਖਪ ਕੀਏ ਹੰਬ ਹੰਬ ਕੇ ਮਰ ਜਾਂਦਾ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਸਬਰ ਤੋਂ ਬਗੈਰ ਕਿਸੇ ਨੂੰ ਵੀ ਰਾਜੈ ਰੱਜ ਨਹੀਂ ਆਉਂਦਾ। ਸੁਪਨੇ ਮਨੋਰਥ ਕਹੀਏ ਮਨ ਦੇ ਸੰਕਲਪ ਵਾਂਗ, ਇਹ ਸਾਰੇ ਹੀ ਕਾਜੈ ਕਾਰਜ ਬਿਰਥੇ ਵਿਅਰਥ ਹਨ। ਜਿਵੇਂ ਸੁਪਨੇ ਦੇ ਵਿੱਚ ਕੋਈ ਕੰਗਾਲ ਰਾਜਾ ਬਣ ਕੇ ਬੈਠ ਜਾਵੇ ਤੇ ਜਦੋਂ ਅੱਖਾਂ ਖੋਲ੍ਹ ਕੇ ਵੇਖਦਾ ਹੈ ਤਾਂ ਕੁਝ ਵੀ ਨਹੀਂ ਹੁੰਦਾ। ਜਿਵੇਂ ਇੱਕ ਤੇਲੀ ਤੇਲ ਦਾ ਕੁੱਪਾ ਚੁੱਕੀ ਆਉਂਦਾ ਸੀ, ਉਹ ਕੁੱਪਾ ਭਾਰਾ ਹੋਣ ਕਰਕੇ ਤੇਲੀ ਇਕੱਲਾ ਹੀ ਗੱਲਾਂ ਕਰਦਾ ਹੈ ਕਿ 2 ਮੀਲ ਦਾ ਪੈਂਡਾ ਹੈ, ਜੇਕਰ ਕੋਈ ਆਦਮੀ ਮਿਲ ਪਵੇ ਤਾਂ ਉਸ ਦੇ ਸਿਰ 'ਤੇ ਚੁਕਾ ਦਿਆਂ। ਉੱਥੇ ਪਾਸ ਹੀ ਕਬਰ ਪੁੱਟ ਕੇ ਉਸ ਵਿੱਚ ਪਿਆ ਹੋਇਆ ਇੱਕ ਪੁਰਸ਼ ਬੋਲਿਆ ਕਿ ਮੈਂ ਮਰਿਆ ਪਿਆ ਹਾਂ, ਨਹੀਂ ਤਾਂ ਚੁੱਕ ਹੀ ਲੈਂਦਾ। ਤਾਂ ਉਸ ਤੇਲੀ ਨੇ ਕਿਹਾ ਕਿ ਮੇਰੇ ਬੋਲਦੇ ਨਹੀਂ ਹਨ, ਮਰੇ ਹੋਏ ਵੀ ਕਦੇ ਬੋਲਦੇ ਆ। ਸ਼ੇਖ ਚਿੱਲੀ ਕਹਿਣ ਲੱਗਾ ਕਿ ਤਾਜ਼ਾ ਮਰਿਆ ਕਰਕੇ ਬੋਲਦਾ। ਤੇਲੀ ਕਹਿਣ ਲੱਗਾ ਤੂੰ ਬਾਹਰ ਨਿਕਲ, ਮੇਰਾ ਤੇਲ ਦਾ ਕੁੱਪਾ ਚੁੱਕ ਕੇ ਮੇਰੇ ਪਿੰਡ ਛੱਡਿਆ, ਤੈਨੂੰ 2 ਪੈਸੇ ਮਜ਼ਦੂਰੀ ਦੇ ਦਿਆਂਗਾ। ਉਹ ਬਾਹਰ ਨਿਕਲ ਆਇਆ ਤੇ ਉਸ ਦਾ ਕੁੱਪਾ ਸਿਰ ਉੱਪਰ ਰੱਖ ਕੇ ਤੁਰ ਪਿਆ। ਤਦ ਉਹ ਮਨ ਵਿੱਚ ਸੋਚਦਾ ਹੈ ਕਿ ਇਹਨਾਂ 2 ਪੈਸਿਆਂ ਦਾ ਹੋਰ ਤਾਂ ਕੁਝ ਆਉਣਾ ਨਹੀਂ, ਕੁਝ ਆਂਡੇ ਖਰੀਦ ਲਵਾਂਗਾ, ਫਿਰ ਕਿਸੇ ਮੁਰਗੀ ਤੋਂ ਬੱਚੇ ਕਢਵਾ ਲਵਾਂਗਾ। ਇਉਂ ਬਹੁਤ ਸਾਰੀਆਂ ਮੁਰਗੀਆਂ ਹੋ ਜਾਣਗੀਆਂ, ਉਹਨਾਂ ਨੂੰ ਵੇਚ ਕੇ ਇੱਕ ਬੱਕਰੀ ਖਰੀਦਾਂਗਾ, ਫਿਰ ਬੱਕਰੀ ਦਾ ਬਹੁਤ ਇੱਜੜ ਹੋ ਜਾਵੇਗਾ। ਉਹਨਾਂ ਨੂੰ ਵੇਚ ਕੇ ਮੱਝ ਖਰੀਦਾਂਗਾ, ਉਸ ਦਾ ਦੁੱਧ ਅਤੇ ਕੱਟੇ ਕੱਟੀਆਂ ਵੇਚ ਕੇ ਸੋਹਣਾ ਮਕਾਨ ਬਣਾਵਾਂਗਾ, ਫਿਰ ਵਿਆਹ ਕਰਾ ਲਵਾਂਗਾ ਤੇ ਘਰ ਵਿੱਚ ਸੰਤਾਨ ਹੋ ਜਾਵੇਗੀ। ਫਿਰ ਮੈਂ ਸੱਥ ਵਿੱਚ ਬੈਠਾ ਹੋਵਾਂਗਾ ਤੇ ਮੇਰੇ ਪੁੱਤਰ ਮੈਨੂੰ ਕਹਿਣਗੇ ਕਿ ਬਾਪੂ ਜੀ ਆਓ ਘਰ ਨੂੰ ਚੱਲੀਏ। ਮੈਂ ਕਹਾਂਗਾ ਕਿ ਨਹੀਂ, ਮੈਂ ਅਜੇ ਨਹੀਂ ਜਾਣਾ। ਇਉਂ ਕਹਿ ਕੇ ਸਿਰ ਹਿਲਾ ਦਿੱਤਾ ਤੇ ਤੇਲ ਦਾ ਕੁੱਪਾ ਹੇਠਾਂ ਡਿੱਗ ਪਿਆ ਅਤੇ ਸਾਰਾ ਤੇਲ ਡੁੱਲ ਗਿਆ। ਤਾਂ ਤੇਲੀ ਗੁੱਸੇ ਵਿੱਚ ਉਸ ਨੂੰ ਝਿੜਕਣ ਲੱਗ ਪਿਆ। ਉਹ ਸ਼ੇਖ ਚਿੱਲੀ ਕਹਿੰਦਾ ਕਿ ਤੂੰ ਆਪਣੇ ਤੇਲ ਨੂੰ ਰੋਂਦਾ ਹੈ, ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ, ਕਿਉਂਕਿ ਤੂੰ ਹੁਣ ਮੈਨੂੰ 2 ਪੈਸੇ ਨਹੀਂ ਦੇਣੇ ਤੇ ਮੇਰਾ ਪਰਿਵਾਰ ਨਹੀਂ ਬਣਨਾ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ, ਪਰ ਬੜ ਭਾਗੀ ਵੱਡਿਆਂ ਭਾਗਾਂ ਕਰਕੇ ਕਿਸੇ ਵਿਰਲੇ ਨੂੰ ਹੀ ਇਹ ਸੁੱਖ ਪ੍ਰਾਪਤ ਹੁੰਦੇ ਹਨ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਸਾਰਿਆਂ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਆਪਣੇ ਆਪ ਹੀ ਪੂਰਨ ਪਰਮੇਸ਼ਰ ਹੈ। ਆਪ ਹੀ ਕਾਰਜਾਂ ਨੂੰ ਕਰਨ ਵਾਲਾ ਤੇ ਹੋਰਨਾਂ ਤੋਂ ਪ੍ਰੇਰ ਕੇ ਕਰਾਉਣ ਵਾਲਾ ਹੈ। ਗੁਰੂ ਜੀ ਕਥਨ ਕਰ ਰਹੇ ਹਨ ਕਿ ਇਸ ਕਰਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਕਰਨ ਕਰਾਵਨ ਕਰਨੈ ਹਾਰ, ਇਸਕੈ ਹਾਥ ਕਹਾ ਵਿਚਾਰ।
ਸਭ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਰਚਨਹਾਰ ਪਰਮੇਸ਼ਰ ਆਪ ਹੀ ਹੈ। ਇਸ ਤੁਛ ਜੀਵ ਦੇ ਹੱਥ ਵਿੱਚ ਕੀ ਹੈ? ਇਸ ਗੱਲ ਦੀ ਵਿਚਾਰ ਕਰਕੇ ਨਿਰਣਾ ਕਰਕੇ ਦੇਖੋ। ਭਾਵ ਕੁਝ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ। ਇਹ ਜਿਹੋ ਜਿਹੀ ਪਰਮੇਸ਼ਰ ਇਸ ਦੇ ਪੂਰਬਲੇ ਕਰਮਾਂ ਦੇ ਅਨੁਸਾਰ ਦ੍ਰਿਸ਼ਟ ਕਹੀਏ ਨਜ਼ਰ ਕਰਦਾ, ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਉਹ ਪ੍ਰਭੂ ਹਰੀ ਵਾਹਿਗੁਰੂ ਹੁਣ ਵੀ ਆਪ ਹੈ, ਪਿੱਛੇ ਵੀ ਆਪ ਹੀ ਸੀ ਤੇ ਅੱਗੇ ਨੂੰ ਵੀ ਆਪ ਹੀ ਹੋਵੇਗਾ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ। ਜਿਹੜਾ ਕੁਝ ਪਰਮੇਸ਼ਰ ਨੇ ਕੀਤਾ ਹੈ ਉਹ ਆਪਣੇ ਰੰਗ ਆਨੰਦ ਵਿੱਚ ਹੀ ਕੀਤਾ ਹੈ। ਸਾਰੇ ਅਗਿਆਨੀਆਂ ਤੋਂ ਦੂਰ ਤੇ ਸਭ ਹੂ ਸਾਰੇ ਵਿਚਾਰਵਾਨਾਂ ਦੇ ਨਾਲ ਹੈ। ਸਭ ਦੀ ਆਤਮਾ ਪਾਪ ਪੁੰਨ ਤੋਂ ਦੂਰ ਹੈ। ਨਿਰਗੁਣ ਸਰੂਪ ਕਰਕੇ ਸਾਰੇ ਬੇਮੁਖਾਂ ਤੋਂ ਦੂਰ ਹੈ ਤੇ ਸਾਰੇ ਗੁਰਮੁਖਾਂ ਦਾ ਸੰਗੀ ਹੈ। ਬੂਝੈ ਦੇਖੈ ਕਰੈ ਬਵੇਕ, ਆਪੈ ਏਕ ਆਪੈ ਅਨੇਕ। ਪਰਮੇਸ਼ਰ ਆਪ ਹੀ ਜੀਵ ਦੇ ਕਰਮ ਦੇਖ ਕੇ ਬੂਝੈ ਸਮਝਦਾ ਹੈ ਤੇ ਆਪ ਹੀ ਫੇਰ ਫਲ ਦੇਣ ਦਾ ਵਿਵੇਕ ਵਿਚਾਰ ਕਰਦਾ। ਪਰਮੇਸ਼ਰ ਆਪ ਹੀ ਏਕ ਕਹੀਏ ਇੱਕ ਨਿਰਗੁਣ ਸਰੂਪ ਹੈ ਤੇ ਆਪੈ ਕਹੀਏ ਆਪ ਹੀ ਸਰਗੁਣ ਸਰੂਪ ਹੋ ਕੇ ਅਨੇਕਾਂ ਰੂਪਾਂ ਵਿੱਚ ਵਰਤਦਾ ਹੈ। ਮਰੈ ਨ ਬਿਨਸੈ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਨਾ ਉਹ ਮਰੈ ਮਰਦਾ ਹੈ ਤੇ ਨਾ ਹੀ ਬਿਨਸੈ ਨਾਸ ਹੁੰਦਾ, ਨਾ ਹੀ ਜਨਮ ਧਾਰ ਕੇ ਆਵੈ ਕਹੀਏ ਆਉਂਦਾ ਹੈ ਤੇ ਨਾ ਹੀ ਮਰ ਕੇ ਕਿਤੇ ਜਾਏ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਸਦ ਹਮੇਸ਼ਾ ਹੀ ਸਾਰੇ ਥਾਵਾਂ 'ਤੇ ਵਿਆਪਕ ਹੋ ਕੇ ਸਮਾਏ ਸਮਾ ਰਿਹਾ ਹੈ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਉਹ ਆਪ ਹੀ ਸਤਿਗੁਰੂ ਰੂਪ ਹੋ ਕਰਕੇ ਸਿੱਖਿਆ ਦਿੰਦਾ ਹੈ ਤੇ ਆਪ ਹੀ ਸਿੱਖ ਰੂਪ ਹੋ ਕਰਕੇ ਸਮਝਦਾ ਹੈ। ਆਪ ਹੀ ਸਭ ਕਹੀਏ ਸਾਰਿਆਂ ਦੇ ਸਾਥ ਨਾਲ ਰਚਿਆ ਕਹੀਏ ਮਿਲਿਆ ਹੋਇਆ। ਆਪ ਕੀਨੋ ਆਪਨ ਬਿਸਥਾਰ, ਸਭ ਕਛ ਉਸਕਾ ਉਹ ਕਰਨੈ ਹਾਰ। ਆਪਣਾ ਵਿਸਥਾਰ ਪਸਾਰਾ ਉਸਨੇ ਆਪ ਹੀ ਕੀਨੋ ਕਹੀਏ ਕੀਤਾ ਹੈ। ਸਭ ਸਾਰਾ ਕਛ ਕਹੀਏ ਕੁਝ ਉਸ ਵਾਹਿਗੁਰੂ ਦਾ ਹੀ ਰਚਿਆ ਹੋਇਆ ਹੈ ਤੇ ਉਹ ਆਪ ਹੀ ਕਰਨੈ ਹਾਰ ਕਰਨ ਵਾਲਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਉਸ ਪਰਮੇਸ਼ਰ ਤੋਂ ਭਿੰਨ ਵੱਖਰਾ ਕਹੋ ਭਲਾ ਦੱਸੋਗਾ ਕੁਝ ਹੋਰ ਹੋ ਸਕਦਾ ਹੈ? ਭਾਵ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਸੋਏ ਉਹ ਸਾਰੇ ਥਾਵਾਂ ਵਿੱਚ ਤੇ ਥਨੰਤਰ ਥਾਵਾਂ ਦੇ ਵਿੱਚ ਇੱਕੋ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਆਪਣੇ ਚਲਤ ਆਪ ਕਰਣੈ ਹਾਰ, ਕੌਤਕ ਕਰੈ ਰੰਗ ਆਪਾਰ। ਆਪਣੇ ਚਲਤ ਕੌਤਕਾਂ ਨੂੰ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ। ਪਰਮੇਸ਼ਰ ਆਪ ਹੀ ਆਪਾਰ ਬੇਅੰਤ ਰੰਗਾਂ ਦੇ ਕੌਤਕ ਤਮਾਸ਼ੇ ਕਰਦਾ ਹੈ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਨ ਨ ਜਾਏ। ਆਪ ਹੀ ਜੀਵ ਦੇ ਮਨ ਅੰਤਿਸ਼ ਕਰਨ ਵਿੱਚ ਹੈ ਤੇ ਆਪਣੇ ਆਪ ਹੀ ਆਤਮਾ ਵਿੱਚ ਤਾਣੇ ਪੇਟੇ ਵੱਤ ਅਭੇਦ ਰੂਪ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਹਰੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਕੀਮਤ ਕਹਿਣ ਕਹੀਏ ਕਹੀ ਨਹੀਂ ਜਾ ਸਕਦੀ। ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਬਖਿਆਨੀ। ਉਹ ਪ੍ਰਭੂ ਹਰੀ ਵਾਹਿਗੁਰੂ ਪਹਿਲਾਂ ਵੀ ਸਤ ਸਰੂਪ ਸੀ ਤੇ ਹੁਣ ਵੀ ਸਤ ਸਰੂਪ ਹੈ ਤੇ ਅੱਗੇ ਨੂੰ ਵੀ ਸੁਆਮੀ ਮਾਲਕ ਸਤ ਸਰੂਪ ਰਹੇਗਾ। ਜਿਸ ਨੇ ਸੁਆਮੀ ਮਾਲਕ ਪਰਮੇਸ਼ਰ ਦਾ ਸਤ ਸਰੂਪ ਸਤ ਨਿਸ਼ਚੇ ਕੀਤਾ ਹੈ, ਉਹ ਸਤ ਸੱਚ ਸਰੂਪ ਨੂੰ ਜਾਣ ਕੇ ਸੱਚ ਸਰੂਪ ਹੀ ਹੋ ਗਿਆ ਹੈ। ਦੂਸਰਾ ਉਸ ਸਤ ਸੱਚੇ ਪ੍ਰਭੂ ਹਰੀ ਵਾਹਿਗੁਰੂ ਕਰਕੇ ਹੀ ਸਾਰਾ ਸੰਸਾਰ ਸੱਚਾ ਪ੍ਰਤੀਤ ਹੋ ਰਿਹਾ। ਉਸ ਸੁਆਮੀ ਮਾਲਕ ਪਰਮੇਸ਼ਰ ਦੀ ਸੋਚ ਵਿੱਚ ਸਤ ਕਹੀਏ ਸੱਚੇ ਬਣੋ,
ਤੀਸਰਾ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਜਿਸ ਨੇ ਸਤ ਸੱਚੇ ਵਾਹਿਗੁਰੂ ਗੁਰਮੰਤਰ ਨੂੰ ਜਪਿਆ ਹੈ, ਉਸ ਨੇ ਪ੍ਰਭ ਪਰਮੇਸ਼ਰ ਸੁਆਮੀ ਮਾਲਕ ਨੂੰ ਸਤ ਕਹੀਏ ਸੱਚ ਸਰੂਪ ਨਿਸ਼ਚੈ ਕੀਤਾ ਹੈ। ਗੁਰਪ੍ਰਸਾਦ ਗੁਰਾਂ ਦੀ ਕਿਰਪਾ ਕਰਕੇ ਕਿਨੈ ਕੀਏ ਕਿਸੇ ਵਿਰਲੇ ਨੇ ਹੀ ਹਰੀ ਵਾਹਿਗੁਰੂ ਦੀ ਕੀਰਤੀ ਵਖਿਆਨੀ ਕਥਨ ਕੀਤੀ ਹੈ। ਸੱਚ 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 ਸਭ ਕੀਨਾ, ਕੋਟ ਮਦੇ ਕਿਨੈ ਬਿਰਲੇ ਚੀਨਾ। ਸੱਚਾ ਵਾਹਿਗੁਰੂ ਆਪ ਸੱਚ ਸਰੂਪ ਹੈ, ਜਿਸ ਨੇ ਸਾਰਾ ਕੁਝ ਹੀ ਸੱਚਾ ਹੀ ਕੀਤਾ ਹੈ। ਇਸ ਗਿਆਨ ਨੂੰ ਕੋਟ ਕਰੋੜਾਂ ਮੱਧੇ ਵਿੱਚੋਂ ਕਿਸੇ ਬਿਰਲੇ ਨੇ ਹੀ ਚੀਨਾ ਜਾਣਿਆ ਹੈ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਹੇ ਪਰਮੇਸ਼ਰ, ਸੰਸਾਰ ਵਿੱਚ ਚੰਗਿਆਂ ਤੋਂ ਭਲਾ ਚੰਗਿਆਂ ਪੁਰਖਾਂ ਨਾਲੋਂ ਤੇਰਾ ਤੁਹਾਡਾ ਰੂਪ ਸਰੂਪ ਭਲਾ ਸ੍ਰੇਸ਼ਟ ਹੈ। ਹੇ ਪਰਮੇਸ਼ਰ, ਤੇਰਾ ਸਰੂਪ ਤਿੰਨਾਂ ਕਾਲਾਂ ਵਿੱਚ ਭਲਾ ਚੰਗਾ ਹੈ। ਭਲਾ ਕੀ ਚੰਗੇ ਗੁਰਾਂ ਪਾਸੋਂ ਭਲਾ ਚੰਗਾ ਉਪਦੇਸ਼ ਲੈਣ ਨਾਲ ਉਹਨਾਂ ਜਨਾਂ ਨੇ ਤੁਹਾਡਾ ਰੂਪ ਸਰੂਪ ਵੀ ਭਲਾ ਚੰਗਾ ਨਿਸ਼ਚੈ ਕੀਤਾ ਹੈ। ਤੇ ਆਪ ਜੀ ਦਾ ਸਰੂਪ ਅਤਿਅੰਤ ਸੁੰਦਰ ਸੋਹਣਾ, ਅਪਾਰ ਪਾਰਾਵਾਰ ਤੋਂ ਰਹਿਤ ਤੇ ਅਨੂਪ ਉਪਮਾ ਤੋਂ ਰਹਿਤ ਹੈ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਨੀ ਸ਼ਰਵਨ ਬਖਿਆਣੀ। ਜਿਵੇਂ ਗੰਗਾ ਜਲ ਨੂੰ ਨਿਰਮਲ ਪਵਿੱਤਰ ਮੰਨਿਆ ਹੈ ਤੇ ਦੇਵਤੇ ਆਦਿਕ ਨਿਰਮਲ ਮੰਨੇ ਹਨ, ਉਹਨਾਂ ਸਾਰਿਆਂ ਤੋਂ ਤੇਰੀ ਕੀਏ ਤੁਹਾਡੀ ਨਾਮ ਰੂਪ ਬਾਣੀ ਨਿਰਮਲ ਉਜਲ ਹੈ। ਜਿਨ੍ਹਾਂ ਨੇ ਤੇਰੀ ਨਿਰਮਲ ਬਾਣੀ ਨੂੰ ਨਿਰਮਲ ਰੂਪ ਹੋ ਕੇ ਜਪਿਆ ਹੈ, ਉਹ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਸਰੂਪ ਹੋ ਗਏ ਹਨ। ਸੋ ਉਹਨਾਂ ਦਾ ਕਾਰਨ ਸਰੀਰ ਵੀ ਨਿਰਮਲ ਉਜਲ ਹੋ ਗਿਆ, ਸਥੂਲ ਸਰੀਰ ਵੀ ਉਜਲ ਹੋ ਗਿਆ, ਸੂਖਮ ਸਰੀਰ ਵੀ ਉਜਲ ਹੋ ਗਿਆ। ਸੋ ਧੁਰ ਕੀ ਬਾਣੀ ਪਿੱਛੇ ਵੀ ਨਿਰਮਲ ਸੀ, ਹੁਣ ਵੀ ਨਿਰਮਲ ਹੈ, ਅੱਗੇ ਨੂੰ ਵੀ ਨਿਰਮਲ ਰਹੇਗੀ। ਤੁਹਾਡੀ ਬਖਿਆਣੀ ਵਖਿਆਨ ਕੀਤੀ ਬਾਣੀ ਘਟਾਂ ਘਟਾਂ ਵਿੱਚ ਸ਼ਰਵਨਾਂ ਦੁਆਰਾ ਸੁਣੀਦੀ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਪਵਿੱਤਰ ਕਹੀਏ ਉਜਲ ਸਰੂਪ ਗੁਰੂ ਨਾਨਕ ਦੇਵ ਜੀ, ਪਵਿੱਤਰ ਉਜਲ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ, ਪਵਿੱਤਰ ਉਜਲ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਅਤੇ ਪੁਨੀਤ ਪਵਿੱਤਰ ਸ੍ਰੀ ਗੁਰੂ ਰਾਮਦਾਸ ਜੀ ਹਨ। ਤਿੰਨ ਪਵਿੱਤਰ ਇਕੱਠੇ ਹੋਣ ਤਾਂ ਪੁਨੀਤ ਸ਼ਬਦ ਹੁੰਦਾ ਹੈ। ਉਹ ਮਨੁੱਖ ਪੁਨੀਤ ਤੋਂ ਪੁਨੀਤ ਹੈ। ਇਸੇ ਪ੍ਰਕਾਰ ਪਵਿੱਤਰ ਹੋ ਕੇ ਤੁਰਿਆ ਰੂਪ ਪੁਨੀਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇੱਥੇ ਤਿੰਨ ਵਾਰੀ ਪਵਿੱਤਰ ਸ਼ਬਦ ਤੇ ਚੌਥਾ ਪੁਨੀਤ ਹੈ। ਉਹ ਮਨੁੱਖ ਚਾਰੇ ਯੁੱਗਾਂ ਵਿੱਚ ਪਵਿੱਤਰ ਹੈ। ਉਹ ਆਪ ਵੀ ਪਵਿੱਤਰ ਤੇ ਮਾਤਾ ਪਿਤਾ ਵੀ ਪਵਿੱਤਰ ਤੇ ਸੰਬੰਧੀ ਵੀ ਪਵਿੱਤਰ ਅਤੇ ਨਗਰ ਵੀ ਪਵਿੱਤਰ ਹੈ, ਜਿੱਥੇ ਸ੍ਰੇਸ਼ਟ ਸੰਤ ਮਹਾਤਮਾ ਨਾਮ ਜਪਣ ਵਾਲਾ ਜਨਮ ਲਵੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਮਨ ਅੰਤਿਸ਼ ਕਰਨ ਦੀ ਪ੍ਰੀਤੀ ਨਾਲ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹਨਾਂ 'ਤੇ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਸੋ ਇੱਥੋਂ ਤੱਕ 12ਵੀਂ ਅਸ਼ਟਪਦੀ ਅੱਜ ਵਾਲੀ ਵਿਚਾਰ ਦੇ ਵਿੱਚ ਸੰਪੂਰਨ ਹੋਈ ਹੈ। 12ਵੀਂ ਅਸ਼ਟਪਦੀ ਵਿੱਚ ਅੱਖਰ ਜੋ ਆਏ ਹਨ 992 ਆਏ ਹਨ। ਪੈਰਾਂ ਵਾਲੇ ਜਿਸ ਵਿੱਚ ਰਾਰੇ 18 ਹਨ, ਅੱਧੇ ਅੱਖਰ ਭਾਵ 1 ਹੈ। ਇਹ ਕੁੱਲ 12ਵੀਂ ਅਸ਼ਟਪਦੀ ਦੇ ਅੱਖਰ 1011 ਹਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।